ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਬੱਚੇ, ਇਸ ਵੀਡੀਓ ਦੇ ਵਿੱਚ ਅਸੀਂ ਕਲਾਸ 11th ਦੇ ਪ੍ਰੋਜੈਕਟਾਈਲ ਦੇ MCQs ਡਿਸਕਸ ਕਰਨ ਜਾ ਰਹੇ ਹਾਂ। ਸੋ ਬੱਚੇ, MCQs ਜਿਹੜੇ ਪ੍ਰੋਜੈਕਟਾਈਲ ਦੇ ਆ ਉਹ ਨੌਲੇਜ ਬੇਸਡ, ਅੰਡਰਸਟੈਂਡਿੰਗ ਬੇਸਡ ਔਰ ਐਪਲੀਕੇਸ਼ਨ ਬੇਸਡ ਆ ਸਕਦੀ ਹੈ। ਸੋ ਬੱਚੇ, ਪਹਿਲੀ ਗੱਲ ਤਾਂ ਕਲੀਅਰ ਕਰੋ ਕਿ ਜਿਹੜੀ ਨੌਲੇਜ ਬੇਸਡ ਹੈ, ਇਹਦਾ ਮਤਲਬ ਕਿ ਤੁਹਾਡੀ ਨੌਲੇਜ ਤੁਹਾਨੂੰ ਉਸ ਕਨਸੈਪਟ ਦੇ ਨਾਲ ਕਿੱਦਾਂ ਦੀ ਆ। ਕਨਸੈਪਟ ਬੇਸਡ ਕੁਐਸਚਨਸ ਹੁੰਦੇ ਆ ਵੀ ਉਹਦੇ ਨਾਲ ਕਨਸੈਪਟ ਨਾਲ ਰਿਲੇਟਡ, ਉਹਦੇ ਵਿੱਚ ਹਲਕਾ ਫੁਲਕੇ ਨੂਮੈਰੀਕਲਸ ਵੀ ਹੋ ਸਕਦੇ ਆ। ਐਪਲੀਕੇਸ਼ਨ ਬੇਸ ਦੇ ਵਿੱਚ ਬੱਚੇ ਟੋਟਲੀ ਹੀ ਨੂਮੈਰੀਕਲਸ ਹੁੰਦੇ ਆ। ਸੋ ਆਪਾਂ ਮਿਕਸ ਕੁਐਸਚਨਸ ਆ ਬੱਚੇ ਇਹਦੇ ਵਿੱਚ ਹੈਗੇ, ਸਿਰਫ ਪ੍ਰੋਜੈਕਟਾਈਲ ਦੇ ਆ। ਫਸਟ ਕੁਐਸਚਨ ਦੇਖੋ, ਸਟੋਨ ਇਜ਼ ਜਸਟ ਰਿਲੀਜ਼ਡ ਫਰੋਮ ਦ ਵਿੰਡੋ ਆਫ ਅ ਟ੍ਰੇਨ ਮੂਵਿੰਗ ਅਲੋਂਗ ਅ ਹੌਰੀਜ਼ੋਂਟਲ ਸਟ੍ਰੇਟ ਟਰੈਕ। ਇੱਕ ਸਟ੍ਰੇਟ ਟਰੈਕ ਦੇ ਉੱਪਰ ਕੋਈ ਰੇਲਵੇ ਜਿਹੜੀ ਟ੍ਰੇਨ ਆ ਉਹ ਚੱਲ ਰਹੀ ਆ। ਮੰਨ ਲਓ ਤੁਸੀਂ ਟ੍ਰੇਨ ਦੇ ਅੰਦਰ ਬੈਠੇ ਹੋਏ ਆ, ਤੁਸੀਂ ਕੀ ਕੀਤਾ, ਇੱਕ ਸਟੋਨ ਫੜਿਆ ਔਰ ਉਹਨੂੰ ਚੱਕ ਕੇ ਬਾਹਰ ਸੁੱਟ ਦਿੱਤਾ। ਦ ਸਟੋਨ ਵਿਲ ਹਿੱਟ ਦ ਗਰਾਊਂਡ ਫੋਲੋਜ਼। ਮੰਨ ਲਓ ਬੱਚੇ, ਆਹ ਟ੍ਰੇਨ ਦਾ ਡੱਬਾ ਆ, ਇੱਥੇ ਤੁਸੀਂ ਬੈਠੇ ਹੋਏ ਆ, ਤੁਸੀਂ ਇੱਥੋਂ ਇੱਕ ਸਟੋਨ ਸੁੱਟਿਆ ਤਾਂ ਇੱਦਾਂ ਜਾ ਕੇ ਗਿਰਿਆ, ਤਾਂ ਉਹਨੇ ਆਹ ਵਾਲਾ ਜਿਹੜਾ ਪਾਥ ਕਵਰ ਕੀਤਾ। ਕਿਹੜਾ ਪਾਥ ਕਵਰ ਕੀਤਾ? ਪੈਰਾਬੋਲਿਕ ਪਾਥ। ਬੱਚੇ, ਤੁਸੀਂ ਪ੍ਰੋਜੈਕਟਾਈਲ ਦੇ ਵਿੱਚ ਇਕੁਏਸ਼ਨ ਵੀ ਸੋਲਵ ਕਰਦੇ ਆ, ਜਿਹਦੇ ਵਿੱਚ y = ax + bx ਦਾ ਹੋਲ ਸਕੁਅਰ ਸਮਥਿੰਗ ਇਕੁਏਸ਼ਨ ਬਣਦੀ ਆ। ਸੋ ਬੱਚੇ, ਇਹ ਵਾਲੀ ਜਿਹੜੀ ਇਕੁਏਸ਼ਨ ਆ ਪੈਰਾਬੋਲਿਕ ਇਕੁਏਸ਼ਨ ਹੁੰਦੀ ਆ। ਸੋ ਆਨਸਰ ਆ ਗਿਆ ਡੀ ਆਪਸ਼ਨ, ਪੈਰਾਬੋਲਿਕ। ਨੈਕਸਟ ਆ, ਅ ਬੁਲਟ ਇਜ਼ ਡ੍ਰੌਪਡ from the same height when another bullet is fired horizontally. They will hit the ground. ਉਹ ਗਰਾਊਂਡ ਨਾਲ ਕਦੋਂ ਹਿੱਟ ਕਰਨਗੇ? ਕਹਿੰਦੇ ਕਿ ਬੁਲਟ ਡ੍ਰੌਪ ਕੀਤੀ ਗਈ ਸੇਮ ਹਾਈਟ ਤੋਂ। ਮੰਨ ਲਓ ਆ ਤੁਹਾਡਾ ਟਾਵਰ ਹੈ, ਠੀਕ ਹੈ, ਇੱਥੇ ਕੋਈ ਤੁਹਾਡੀ ਬਿਲਡਿੰਗ ਹੈ, ਠੀਕ ਹੈ, ਬਿਲਡਿੰਗ ਆ, ਔਰ ਤੁਸੀਂ ਬਿਲਡਿੰਗ ਦੇ ਬਿਲਕੁਲ ਉੱਪਰ ਖੜੇ ਆ। ਅਗਰ ਸੇਮ ਹਾਈਟ ਤੋਂ ਤੁਸੀਂ ਕੋਈ ਬੁਲਟ ਜਿਹੜੀ ਫਾਇਰ ਕੀਤੀ ਹੌਰੀਜ਼ੋਂਟਲੀ, ਨੀਚੇ ਇੱਕ ਖੜੇ ਹੋ ਕੇ ਤੁਸੀਂ ਇੱਕ ਬੁਲਟ ਫਾਇਰ ਕੀਤੀ, ਮਤਲਬ ਉਹਨੇ ਉੱਪਰ ਵੱਲ ਨੂੰ ਜਿਹੜਾ ਡਿਸਟੈਂਸ ਆ ਉਹ ਕਵਰ ਕਰਨਾ। ਦੇ ਵਿਲ ਹਿੱਟ ਦ ਗਰਾਊਂਡ। ਉਹ ਕਦੋਂ ਹਿੱਟ ਕਰੇਗਾ ਗਰਾਊਂਡ ਨੂੰ? ਤਾਂ ਦੋਨੋਂ ਹੀ ਬੱਚੇ ਸੇਮ ਟਾਈਮ ਦੇ ਨਾਲ ਜਿਹੜਾ ਆ ਨੀਚੇ ਗਰਾਊਂਡ ਤੇ ਹਿੱਟ ਕਰਨਗੇ। ਸੋ ਸਾਈਮਨਟੇਨੀਅਸਲੀ ਆਨਸਰ ਆ ਜਾਏਗਾ। ਸੋ ਰਾਜੇ, ਇੱਕ ਵਾਰੀ ਤੁਸੀਂ ਇਹਦਾ ਆਨਸਰ ਵੀ ਚੈੱਕ ਕਰ ਸਕਦੇ ਆ। ਸੋ ਇਸ ਤਰੀਕੇ ਨਾਲ ਇਹਦਾ ਆਨਸਰ ਆਏਗਾ। ਨੈਕਸਟ ਕੁਐਸਚਨ ਦੇਖੋ, ਅ ਬੰਬ is dropped from an aeroplane moving horizontal at the constant speed. ਇੱਕ ਕੌਨਸਟੈਂਟ ਸਪੀਡ ਦੇ ਨਾਲ ਇੱਕ ਜਹਾਜ਼ ਜਿਹੜਾ ਆ ਉਹ ਉੱਡਦਾ ਜਾ ਰਿਹਾ। ਉੱਥੋਂ ਕੀ ਆ, ਇੱਕ ਬੰਬ ਜਿਹੜਾ ਆ ਨੀਚੇ ਡ੍ਰੌਪ ਕਰ ਦਿੱਤਾ ਗਿਆ, ਮਤਲਬ ਸੁੱਟ ਦਿੱਤਾ ਗਿਆ। when air resistance is taken into considerable, ਮੰਨ ਲਓ ਅਸੀਂ ਕੰਸੀਡਰ ਕੀਤਾ ਕਿ ਜਿਹੜਾ ਰੈਜ਼ਿਸਟੈਂਸ ਆ, ਏਅਰ ਦੀ ਕੋਈ ਨਾ ਕੋਈ ਰੈਜ਼ਿਸਟੈਂਸ ਆ, ਉਹਨੂੰ ਰੋਕਣ ਦੀ ਕਪੈਸਿਟੀ ਆ ਦ ਬੰਬ, ਤਾਂ ਕੀ ਹੋਏਗਾ? ਉਹ ਪਹਿਲਾਂ ਹੀ ਧਰਤੀ ਤੋਂ ਗਿਰ ਜਾਏਗਾ ਜਾਂ ਕੀ ਆਪਸ਼ਨ ਹੋਣਗੀਆਂ? ਠੀਕ ਆ, ਆਪਾਂ ਆਪਸ਼ਨ ਪੜ੍ਹਦੇ ਹਾਂ। ਨੰਬਰ 1, ਫਲਾਈਜ਼ ਵਿਦ ਦ ਐਰੋਪਲੇਨ ਦੇ ਨਾਲ ਹੀ ਬੰਬ ਜਿਹੜਾ ਉੱਡਦਾ ਜਾਏਗਾ। ਸੋ ਇੱਦਾਂ ਪੋਸੀਬਲ ਹੈ ਹੀ ਨਹੀਂ, ਕਿਉਂਕਿ ਅਸੀਂ ਉੱਪਰੋਂ ਨੀਚੇ ਸੁੱਟਿਆ ਆ ਤਾਂ ਗ੍ਰੈਵਿਟੀ ਦੀ ਵਜ੍ਹਾ ਨਾਲ ਉਹਨੇ ਨੀਚੇ ਹੀ ਆਉਣਾ। ਸੋ ਫਸਟ ਆਪਸ਼ਨ ਤਾਂ ਬਿਲਕੁਲ ਫਾਲਸ ਆ, ਠੀਕ ਹੈ, ਨਹੀਂ ਆ ਸਕਦੀ। ਸੈਕਿੰਡ ਆ, ਫਾਲਸ ਦ ਅਰਥ ਬਿਹਾਈਂਡ ਦ ਐਰੋਪਲੇਨ। ਮੰਨ ਲਓ ਬੱਚੇ, ਆ ਤੁਹਾਡਾ ਐਰੋਪਲੇਨ ਆ, ਉਹ ਅੱਗੇ ਚਲਾ ਗਿਆ ਤੇ ਜਿਹੜਾ ਬੰਬ ਆ ਉਹ ਪਿੱਛੇ ਆ ਕੇ ਗਿਰੇਗਾ, ਇੱਥੇ ਆ ਕੇ ਗਿਰੇਗਾ ਧਰਤੀ ਤੇ। ਕੀ ਕਹਿੰਦੇ ਆ? ਸਹੀ ਆ, ਬਿਲਕੁਲ ਸਹੀ ਆ, ਕਿਉਂਕਿ ਧਰਤੀ ਦੇ ਵਿੱਚ ਬੱਚੇ ਆ ਕੀ ਆ, ਤੁਹਾਡੀ ਹਵਾ ਆ, ਇੱਥੇ ਏਅਰ ਆ। ਏਅਰ ਨੇ ਇਸ ਜਿਹੜੇ ਬੰਬ ਨੂੰ ਉਹਨੂੰ ਪਿੱਛੇ ਵੱਲ ਨੂੰ ਧੱਕਣਾ, ਠੀਕ ਹੈ। ਸੋ ਕੀ ਹੋਏਗਾ, ਜਿੱਥੇ ਤੁਹਾਡਾ ਬਿਲਕੁਲ ਸਿੱਧਾ ਆ ਕੇ ਨਹੀਂ ਗਿਰੇਗਾ ਬੰਬ, ਥੋੜੀ ਜੀ ਡਿਸਟੈਂਸ ਤੇ ਜਾ ਕੇ ਗਿਰੇਗਾ। ਨੈਕਸਟ ਦੇਖੋ, ਫਾਲ ਦ ਅਰਥ ਅਹੈਡ ਆਫ ਦ ਪਲੇਨ। ਅਹੈਡ ਮਤਲਬ ਬਿਲਕੁਲ ਸਿੱਧਾ ਆ ਕੇ ਗਿਰੇਗਾ, ਤਾਂ ਸਿੱਧਾ ਆ ਕੇ ਨਹੀਂ ਗਿਰੇਗਾ। ਨੈਕਸਟ ਆ, ਫਾਲਸ ਟੂ ਦ ਅਰਥ ਐਗਜ਼ੈਕਟਲੀ ਬਿਲੋ ਦ ਐਰੋਪਲੇਨ। ਸੋ ਇਹ ਵੀ ਨਹੀਂ ਹੋ ਸਕਦਾ। ਸੋ ਬੀ ਆਪਸ਼ਨ ਇਜ਼ ਦ ਕਰੈਕਟ ਆਂਸਰ। ਨੈਕਸਟ ਦੇਖੋ, ਦ ਮੈਕਸਿਮਮ ਰੇਂਜ ਆਫ ਗਨ ਔਨ ਹੌਰੀਜ਼ੋਂਟਲ train is 16 kilometer. If g is equals to 10 meter per second square, what must be the muzzle velocity of the shell? Shell ਦੀ ਬੱਚੇ ਆਪਾਂ velocity find out ਕਰਨੀ ਆ ਕਿ ਕਿੰਨੀ ਹੋਏਗੀ। ਸੋ ਰਾਜੇ, ਇਹਨੂੰ ਸੋਲਵ ਕਿਸ ਤਰੀਕੇ ਨਾਲ ਕਰਾਂਗੇ? ਉਹਨਾਂ ਨੇ ਕਿਹਾ ਰੇਂਜ ਪਤਾ ਕਰੋ, ਆਰ ਪਤਾ ਕਰੋ। ਹੌਰੀਜ਼ੋਂਟਲ ਰੇਂਜ ਦਾ ਫਾਰਮੂਲਾ ਕੀ ਹੁੰਦਾ ਆ ਬੱਚੇ? ਅਸੀਂ ਹੌਰੀਜ਼ੋਂਟਲ ਰੇਂਜ ਦਾ ਫਾਰਮੂਲਾ ਨਿਕਾਲਣਾ ਕਿ ਕਿੰਨਾ ਹੋਏਗਾ। ਸੋ ਬੱਚੇ, ਇੱਕ ਛੋਟਾ ਜਿਹਾ ਟ੍ਰਿਕ ਤੁਹਾਨੂੰ ਦੱਸਿਆ ਸੀ, ਤੁਮ ਰੌਕ ਸਟਾਰ ਹਮਾਰੇ। ਟੀ ਦਾ ਕੀ ਹੋਏਗਾ? u2 sin θ ਡਿਵਾਈਡਡ ਬਾਈ ਜੀ। 2 ਬੱਚੇ ਜਦੋਂ ਇੱਥੋਂ ਉੱਡ ਜਾਏਗਾ ਤਾਂ ਬਣ ਜਾਏਗਾ u² sin 2 ਅੱਗੇ ਸ਼ਿਫਟ ਹੋ ਗਿਆ 2 θ ਡਿਵਾਈਡਡ ਬਾਈ ਜੀ। ਨੈਕਸਟ ਅਗੇਨ ਸ਼ਿਫਟ ਹੋ ਗਿਆ, ਇੱਥੇ ਬਣ ਗਿਆ u² sin² θ ਡਿਵਾਈਡਡ ਬਾਈ 2g। ਠੀਕ ਹੈ ਜੀ। ਹੁਣ ਅਸੀਂ ਆਰ ਪਤਾ ਕਰਨੀ ਬੱਚੇ, ਆਹ ਫਾਰਮੂਲਾ ਯੂਜ਼ ਕਰਾਂਗੇ, u² sin 2 θ ਡਿਵਾਈਡਡ ਬਾਈ ਜੀ। ਠੀਕ ਹੈ ਜੀ। ਹੁਣ ਇੱਥੇ ਧਿਆਨ ਨਾਲ ਦੇਖੋ, ਥੀਟਾ ਐਂਗਲ ਕੀ ਆ? ਮੈਕਸੀਮਮ ਰੇਂਜ
ਕਦੋਂ ਹੋਏਗੀ? ਜਦੋਂ ਅਸੀਂ ਮੈਕਸਿਮਮ ਹਾਈਟ ਦੇ ਨਾਲ ਜਿਹੜਾ ਐਂਗਲ ਦੇ ਨਾਲ ਇਹਨੂੰ ਥਰੋ ਕਰਾਂਗੇ, ਦਾ ਮਤਲਬ ਥੀਟਾ ਕਿੰਨਾ ਹੋਏਗਾ ਤੁਹਾਡਾ 45 ਡਿਗਰੀ। ਸੋ ਥੀਟਾ ਵੀ ਸਾਨੂੰ ਕਲੀਅਰ ਆ 45 ਡਿਗਰੀ। ਸੋ ਮੈਕਸਿਮਮ ਰੇਂਜ ਦਾ ਫਾਰਮੂਲਾ ਕੀ ਹੁੰਦਾ? ਯੂ ਸਕੇਅਰ ਡਿਵਾਈਡਡ ਬਾਈ ਜੀ। ਸੋ ਬੱਚੇ ਵੈਲਿਊ ਪੁੱਟ ਕਰੋਗੇ ਤਾਂ ਤੁਹਾਡਾ ਸੋਲਵ ਕਰਕੇ ਦੇਖ ਲਓ 400 ਮੀਟਰ ਪਰ ਸੈਕਿੰਡ ਜਿਹੜਾ ਆਂਸਰ ਆ ਜਾਏਗਾ। ਸੋ ਬੱਚੇ ਇਹਨੂੰ ਸੋਲਵ ਕਰਕੇ ਦੇਖ ਲੈਣਾ, ਤੁਹਾਡਾ 400 ਮੀਟਰ ਪਰ ਸੈਕਿੰਡ ਜਿਹੜਾ ਆਂਸਰ ਆ ਜਾਏਗਾ। ਨੈਕਸਟ ਦੇਖੋ, ਐਨ ਐਰੋਪਲੇਨ ਫਲਾਈਂਗ 490 ਮੀਟਰ ਅਬਵ ਗਰਾਊਂਡ ਲੈਵਲ ਆਫ 100 ਮੀਟਰ ਪਰ ਸੈਕਿੰਡ। ਇਹਦਾ ਮਤਲਬ ਤੁਹਾਨੂੰ ਹਾਈਟ ਗਿਵਨ ਆ ਕਿ ਇੰਨੀ ਉਚਾਈ ਤੇ ਜਿਹੜਾ ਆ ਉੱਡ ਰਿਹਾ ਆ ਤੁਹਾਡਾ ਐਰੋਪਲੇਨ, ਇੰਨੀ ਉਚਾਈ ਤੇ ਉੱਡ ਰਿਹਾ ਆ। 100 ਮੀਟਰ ਪਰ ਸੈਕਿੰਡ ਮਤਲਬ ਇੰਨੀ ਵੈਲੋਸਿਟੀ ਦੇ ਨਾਲ ਉੱਡ ਰਿਹਾ ਆ। ਰਿਲੀਜ਼ ਅ ਬਲੌਕ, ਹਾਊ ਫਾਰ ਔਨ ਦ ਗਰਾਊਂਡ ਵਿਲ ਇਟ ਸਟਰਾਈਕ। ਤਾਂ ਧਰਤੀ ਦੇ ਕਿੰਨੀ ਜਿਹੜਾ ਆ ਕੇ ਉਹ ਗਿਰੇਗਾ, ਮਤਲਬ ਕਿ ਰੇਂਜ ਉਹਨਾਂ ਨੇ ਪੁੱਛੀ ਆ ਕਿ ਕਿੰਨੀ ਰੇਂਜ ਤੇ ਆ ਕੇ ਜਿਹੜਾ ਆ ਤੁਹਾਡਾ ਬਲੌਕ ਆ ਉਹ ਗਿਰੇਗਾ। ਸੋ ਬੱਚੇ ਦੇਖੋ, ਸਭ ਤੋਂ ਪਹਿਲਾਂ ਤੁਹਾਨੂੰ ਫਾਰਮੂਲਾ ਪਤਾ ਹੋਣਾ ਚਾਹੀਦਾ, ਅਸੀਂ ਹੌਰੀਜ਼ੋਂਟਲ ਡਿਸਟੈਂਸ ਨਿਕਾਲਣਾ। ਸੋ ਅਸੀਂ ਫਾਰਮੂਲਾ ਲਿਖ ਰਹੇ ਹਾਂ, ਹੌਰੀਜ਼ੋਂਟਲ ਡਿਸਟੈਂਸ ਇਜ਼ ਇਕੁਅਲ ਟੂ ਸਪੀਡ ਇਨਟੂ ਟਾਈਮ। ਹੁਣ ਬੱਚੇ ਸਪੀਡ ਤਾਂ ਸਾਨੂੰ ਪਤਾ ਆ ਕਿ 100 ਮੀਟਰ ਪਰ ਸੈਕਿੰਡ ਲੱਗ ਰਹੀ, ਬਟ ਸਾਨੂੰ ਟਾਈਮ ਨਹੀਂ ਪਤਾ। ਟਾਈਮ ਪਤਾ ਕਰਨ ਦੇ ਲਈ ਅਸੀਂ ਪ੍ਰੋਜੈਕਟਾਈਲ ਵਾਲਾ ਫਾਰਮੂਲੇ 'ਚੋਂ ਟੀ ਫਾਈਂਡ ਆਊਟ ਕਰਾਂਗੇ। ਟੀ ਇਜ਼ ਇਕੁਅਲਸ ਟੂ √2h ਡਿਵਾਈਡਡ ਬਾਈ ਜੀ। ਨਾਓ ਵਟ ਇਜ਼ ਦ ਵੈਲਿਊ ਆਫ h? h ਕਿੰਨਾ ਆ 490 ਡਿਵਾਈਡਡ ਬਾਈ ਜੀ ਦੀ ਵੈਲਿਊ 9.8। ਸੋ ਇਹਨੂੰ ਸੋਲਵ ਕਰੋ ਬੱਚੇ, 4.9 ਆਹ ਵਾਲਾ ਪੁਆਇੰਟ ਹਟਾ ਦਿਓ, ਉੱਪਰ ਆ ਗਿਆ 10, 49 ਦੇ ਟੇਬਲ 'ਤੇ ਕੱਟ ਦਿੱਤਾ। ਸੋ ਬੱਚੇ ਟੀ ਦੀ ਵੈਲਿਊ ਆ ਗਈ ਤੁਹਾਡੀ 10 ਸੈਕਿੰਡ। ਸੋ ਟੀ ਦੀ ਵੈਲਿਊ ਅਗਰ ਸਾਡੇ ਕੋਲ ਪਤਾ ਲੱਗ ਗਈ ਤਾਂ ਅਸੀਂ ਹੌਰੀਜ਼ੋਂਟਲ ਰੇਂਜ ਜਾਂ ਡਿਸਟੈਂਸ ਫਾਈਂਡ ਆਊਟ ਕਰ ਸਕਦੇ ਹਾਂ, ਸਪੀਡ ਇਨਟੂ ਟਾਈਮ। ਠੀਕ ਹੈ, ਸਪੀਡ ਕਿੰਨੀ ਆ 100, ਟਾਈਮ ਕਿੰਨਾ ਲੱਗਿਆ 10, ਸੋ ਆ ਗਿਆ 1000 ਮੀਟਰ। ਬਟ ਸਾਡਾ ਕਿਤੇ ਵੀ ਮੀਟਰ ਵਿੱਚ ਆਂਸਰ ਨਹੀਂ ਆ, ਕਿਲੋਮੀਟਰ ਆ, ਸੋ ਅਸੀਂ ਲਿਖ ਸਕਦੇ ਹਾਂ 1 ਕਿਲੋਮੀਟਰ। ਸੋ ਆਂਸਰ ਆ ਗਿਆ 1 ਕਿਲੋਮੀਟਰ, ਸੀ ਆਪਸ਼ਨ। ਡਨ। ਨੈਕਸਟ ਦੇਖੋ, a man projected a coin upward from a gate of uniform moving train। ਇੱਕ ਮੂਵਿੰਗ ਟ੍ਰੇਨ ਦੇ ਅੰਦਰ ਇੱਕ ਜਿਹੜਾ ਪਰਸਨ ਆ ਉਹ ਇੱਕ ਕੋਇਨ ਨੂੰ ਉੱਪਰ ਵੱਲ ਨੂੰ ਟੌਸ ਕਰਦਾ ਆ। the path of coin for the man will be। ਸੋ ਕਿੱਦਾਂ ਦਾ ਹੋਏਗਾ? ਵਰਟੀਕਲੀ ਅਪਵਰਡ ਹੀ ਹੋਏਗਾ। ਸੋ ਸਿੰਪਲ ਜਿਹਾ ਆਂਸਰ ਆ ਬੱਚੇ, ਵਰਟੀਕਲੀ ਅਪਵਰਡ ਇਹਦਾ ਸਟ੍ਰੇਟ ਲਾਈਨ ਜਿਹੜਾ ਆਂਸਰ ਆ ਜਾਏਗਾ। ਨੈਕਸਟ ਆ, ਪਾਰਟੀਕਲ A is dropped from a height and another part B is thrown in a horizontal direction with a speed of 5 meter per second from the same height। ਇੱਕ ਹੀ ਹਾਈਟ ਦੇ ਉੱਪਰੋਂ A ਔਰ B ਜਿਹੜੇ ਆ ਡ੍ਰੌਪ ਕੀਤੇ ਗਏ, ਸੁੱਟੇ ਗਏ। ਦ ਕਰੈਕਟ ਸਟੇਟਮੈਂਟ, ਦੋਨਾਂ ਵਿੱਚੋਂ ਕਰੈਕਟ ਸਟੇਟਮੈਂਟ ਕਿਹੜੀ ਆ? ਦ ਪਾਰਟੀਕਲ B will reach the ground first। ਬੱਚੇ ਅਗਰ ਦੋ ਆਬਜੈਕਟ ਆ, ਮੰਨ ਲਓ ਤੁਸੀਂ ਇੱਥੇ ਖੜੇ ਆ, ਤੁਸੀਂ ਦੋ ਆਬਜੈਕਟ ਸੁੱਟੇ A ਔਰ B, ਚਾਹੇ ਉਹਨਾਂ ਦਾ ਸਾਈਜ਼ ਛੋਟਾ ਹੋਵੇ, ਵੱਡਾ ਹੋਵੇ ਜਾਂ ਇੱਕੋ ਜਿਹਾ ਹੋਵੇ, ਜਿਹੜੀ ਉਹਨਾਂ ਦੀ ਗਿਰਨ ਦੀ ਕਪੈਸਿਟੀ ਆ ਉਹ ਦੋਨੋਂ ਸੇਮ ਸਾਈਮਲਟੇਨੀਅਸਲੀ ਆ ਕੇ ਗਿਰਨਗੇ। ਠੀਕ ਹੈ, ਸੋ B ਪੁਆਇੰਟ ਦੇਖੋ, ਬੋਥ ਪਾਰਟੀਕਲਸ ਵਿਲ ਰੀਚ ਐਟ ਦ ਗਰਾਊਂਡ ਵਿਦ ਦ ਸੇਮ ਸਪੀਡ। ਬਿਲਕੁਲ ਸਹੀ ਆ। B ਨਾ ਤਾਂ A ਪਹਿਲਾਂ ਗਿਰੇਗਾ ਨਾ ਹੀ B ਪਹਿਲਾਂ ਗਿਰੇਗਾ। ਬੋਥ ਪਾਰਟੀਕਲ ਵਿਲ ਰੀਚ ਦ ਗਰਾਊਂਡ ਸਾਈਮਲਟੇਨੀਅਸਲੀ, ਗਰਾਊਂਡ ਵਿਦ ਸੇਮ ਸਪੀਡ ਸਾਈਮਲਟੇਨੀਅਸਲੀ ਬੱਚੇ ਗਿਰਨਗੇ। ਸਪੀਡ ਉਹਨਾਂ ਦੀ ਨਾ ਸਾਨੂੰ ਕੋਈ ਮਤਲਬ ਨਹੀਂ, ਸਾਨੂੰ ਇੰਨਾ ਪਤਾ ਕਿ ਅਗਰ ਦੋ ਆਬਜੈਕਟ ਅਸੀਂ ਇੱਕੋ ਉਚਾਈ ਤੋਂ ਨੀਚੇ ਸੁੱਟਦੇ ਹਾਂ, ਚਾਹੇ ਉਹਨਾਂ ਦਾ ਸਾਈਜ਼ ਛੋਟਾ ਹੋਵੇ, ਵੱਡਾ ਹੋਵੇ, ਕੋਈ ਭਾਰਾ ਹੋਵੇ, ਨਾ ਤਾਂ ਮਾਸ 'ਤੇ ਡਿਪੈਂਡ ਕਰਦਾ ਨਾ ਹੀ ਵੈਲੋਸਿਟੀ 'ਤੇ ਡਿਪੈਂਡ ਕਰਦਾ, ਉਹ ਸਾਈਮਲਟੇਨੀਅਸਲੀ ਦੋਨੋਂ ਚੀਜ਼ਾਂ ਆ ਕੇ ਸਾਈਮਲਟੇਨੀਅਸਲੀ ਆ ਕੇ ਗਰਾਊਂਡ ਦੇ ਉੱਪਰ ਗਿਰ ਜਾਂਦੇ ਆ। ਸੋ ਡੀ ਆਪਸ਼ਨ ਇਜ਼ ਦ ਕਰੈਕਟ ਆਂਸਰ। ਨੈਕਸਟ ਦੇਖੋ, ਅ ਪਾਰਟੀਕਲ moves in a plane with a constant acceleration in a direction from the initial velocity। initial velocity ਤੋਂ constant acceleration ਦੇ ਨਾਲ ਕੋਈ ਪਾਰਟੀਕਲ ਮੂਵ ਕਰ ਰਿਹਾ, ਉਹਦਾ ਪਾਥ ਜਿਹੜਾ ਆ ਕਿੱਦਾਂ ਦਾ ਹੋਏਗਾ? ਬੱਚੇ ਧਿਆਨ ਨਾਲ ਦੇਖੋ, ਪਾਰਟੀਕਲ ਮੂਵ ਇਨ ਅ ਪਲੇਨ ਵਿਦ constant acceleration in a direction from the initial velocity। ਆ ਰਿਹਾ ਤੁਹਾਡਾ ਪਲੇਨ, ਇਨੀਸ਼ੀਅਲ ਵੈਲੋਸਿਟੀ ਮੰਨ ਲਓ ਇੱਦਾਂ ਕਰਕੇ ਉਹ ਮੂਵ ਕਰ ਰਿਹਾ, ਤਾਂ ਇਹ ਕਿਹੜਾ ਪਾਥ ਫੋਲੋ ਕਰ ਰਿਹਾ ਆ? ਪੈਰਾਬੋਲਿਕ। ਸੋ ਇਹ ਆਪਸ਼ਨ ਆ ਜਾਏਗਾ ਪੈਰਾਬੋਲਿਕ। ਨੈਕਸਟ ਕੁਐਸਚਨ ਦੇਖੋ ਬੱਚੇ, ਇੰਪॉर्टेंट क्वेश्चन है। एन एरोप्लेन मूविंग हॉरिजॉन्टल विद a speed of 720 km per hour drop a food packet while flying at a height of 396.9। so this is the height। ਤੁਹਾਨੂੰ ਹਾਈਟ ਗਿਵਨ ਆ, ਸਪੀਡ ਮਤਲਬ ਵੈਲੋਸਿਟੀ ਗਿਵਨ ਹੈ। ਸੋ ਵੈਲੋਸਿਟੀ ਬੱਚੇ ਕਿਹਦੇ ਇਕੁਅਲ ਹੈ? 720। ਹੁਣ 720 ਬੱਚੇ ਤੁਹਾਨੂੰ ਸਪੀਡ ਗਿਵਨ ਹੈ, ਇਹਨੂੰ ਕਨਵਰਟ ਕਰ ਲਓ 5 ਡਿਵਾਈਡਡ ਬਾਈ 18 ਦੇ ਨਾਲ। ਸੋ 2 ਦੇ ਟੇਬਲ 'ਤੇ ਕੱਟ ਕੇ ਦੇਖ ਲਓ 2। ਸੋ 2 ਦੇ ਟੇਬਲ 'ਤੇ ਬੱਚੇ ਦੀ ਕਟਿੰਗ ਕਰੋ,
साडे को इस तरीके ना आ गया। अगेन 3 दे टेबल ते कटिंग करो 120 डिवाइडेड बाय 3 सो कटिंग की 40 मल्टीप्लाई बाय 5 दे नाल मल्टीप्लाई किया साडे को आ गया 200। सो बच्चे वेलोसिटी साडे को आ गई 200 मीटर पर सैकेंड। सो आप आ यूज़ करांगे, ठीक है। नैक्सट देखो द टाइम टेकन, कितना टाइम लग गया। सो कितना टाइम लग गया √2h डिवाइडेड बाय g। सो जी एच की वैल्यू बच्चे थोड़े को कितनी है 396.9 डिवाइडेड बाय जी की वैल्यू कितनी है 9.8। पॉइंट के नाल पॉइंट कैंसल 2 दे टेबल ते कर दिता बच्चे 49 इन ज़ा 81 ते सो 9 ज़ा 81 सो √ तो बाहर निकल गया। सो टाइम कितना आ गया 9 सैकेंड। सो 9 सैकेंड मतलब कि ए ऑप्शन आ, होर किसी च भी 9 सैकेंड नहीं आ। बट आप 1800 मीटर वाला भी सॉल्व करके देख लैंने आ। नैक्सट उन्होंने क्या हॉरिजॉन्टल रेंज पता करो। सो आर के इक्वल आ वेलोसिटी इंटू टाइम। सो वेलोसिटी बच्चे कितनी आ 200, इनू आप कन्वर्ट किया 200 मीटर पर सैकेंड के टाइम कितना आ थोड़ा हुणे असी सॉल्व किया 9 सो आ गया 1800 मीटर। सो रेंज बच्चे थोड़ी बिल्कुल करैक्ट आ रही है 1800। नैक्सट देखो एट अ हाइट ऑफ 80 मीटर हुण तुहानूं बच्चे हाइट गिवन है एच गिवन है एन एरोप्लेन इज मूविंग विद अ स्पीड ऑफ 150 मीटर पर सैकेंड अ बम्प इज ड्रॉप फ्रॉम इट सो दैट इट हिट अ टारगेट एट वॉट डिस्टेंस फ्रॉम द टारगेट शुड बी। बच्चे हुण सेम पोर्शन आ जिद्दां आपां 8th 9th किया। सो ट्राई योर सैल्फ, अगर नहीं होएगा तो मैं करवाऊँगी, अदरवाइज बच्चे आंसर इत्थे मैंशन किया होया नहीं होएगा तो तुसी कमेंट सैक्शन दे विच पुछ भी सकते हैं। नैक्सट देखो बॉडी ऑफ मास m प्रोजैक्टेड एट एन एंगल ऑफ थीटा फ्रॉम अ ग्राउंड विद एन इनिशियल वेलोसिटी ऑफ v एक्सेलरेशन ड्यू टू ग्रेविटी g मैक्सिमम हाइट मैक्सिमम रेंज कितनी है बच्चे मैक्सिमम हॉरिजॉन्टल रेंज इहदा मतलब तुम रॉकस्टार हमारे। सो लास्ट विच की हुंदा है यू स्केयर साइन तुम हमारे रॉकस्टार स्केयर थीटा डिवाइडेड बाय 2g आर दी वैल्यू कितनी आंदी है यू स्केयर साइन 2 थीटा डिवाइडेड बाय g। सो दिस इज आंसर। सो थोड़ा देख लो यू स्केयर मतलब वी स्केयर साइन 2 थीटा डिवाइडेड बाय g इहदा मतलब ए ऑप्शन इज द करेक्ट आंसर। बच्चों क्वेश्चन नंबर 12 देखो अ बॉडी ऑफ मास 5 kg projected at an angle of 60 degree from the ground with an initial velocity of 25 meter per second acceleration due to gravity 10 meter per second. What is the maximum horizontal range? Maximum horizontal range मतलब बच्चे R दा फॉर्मूला सी फाइंड आउट करना। सो R की आ तुम रॉकस्टार हमारी। सो यू स्केयर साइन 2 थीटा डिवाइडेड बाय g। सो बच्चे u दी वैल्यू कितनी आएगी 25 इंटू 25 साइन 2 थीटा। बच्चे साइन 2 थीटा मतलब 2 मल्टीप्लाई बाय 60 120। सो 120 का आंसर बच्चे सेम ही हुंदा है जिन्ना 60 डिग्री का हुंदा। सो असी डायरैक्ट पुट कर रहे हैं √3 डिवाइडेड बाय 2 जी की वैल्यू असी कितनी पुट करनी है 10। डन। सो इनू सॉल्व करके देख लो इत्थे आ जाएगा 2 5 सो आ जाएगा 625 इन्होंने दोनों मल्टीप्लाई किया बच्चे आ जाएगा 125 इंटू 1.73 डिवाइडेड बाय 4। सो बच्चे सारे नू सॉल्व करके देख लेना जिहड़ा तुहाडा आंसर आएगा फाइनली बच्चे आ जाएगा तुहाडा 54.13। सो कैलकुलेशन खुद करके देख लेना बच्चे क्योंकि स्क्रीन छोटी आ तो कुछ स्किप भी हो जाता। सो ये आंसर आ जाएगा 54.13। डन। सो नैक्सट देखो अ बॉडी ऑफ मास 10 kg प्रोजैक्टेड एट एन एंगल ऑफ। सो टाइम ऑफ फ्लाइट मतलब टी पता करना। सो बच्चे ईजी आ जिदा पहला असी फाइंड आउट किया सेम उसी तरीके ना फाइंड आउट करूँगे। टी का फॉर्मूला बच्चे की आ 2u साइन थीटा डिवाइडेड बाय जी। हुण तुहाडी इत्थे u की वैल्यू कितनी है u कितनी आ 5 मीटर। सो असी पुट कर दिता 5 साइन थीटा थीटा की वैल्यू कितनी आ 30 डिग्री। सो इत्थे आ जाएगा t इज इक्वल्स टू 2u साइन 30 डिवाइडेड बाय जी। सो जी की वैल्यू कितनी आ 10। सो आ दोनों कट्टी गई तो आ गया थोड़ा 1/2। सो 1/2 नू बच्चे सॉल्व करांगे तो थोड़ा आंसर आ जाएगा। सो बच्चे दा आंसर 0.5 आ रहा क्योंकि 1/2 आंसर आ रहा दैट इज़ 0.5।
सो ये नियर अबाउट आंसर देख लो 0.8 आ, सो ए आंसर आ जाएगा। अदरवाइज बच्चे इतने मिसटेक आ, 0.5 ही होना चाहिए सी, बट हुण ऑप्शन इस तरीके नाल आ, तो नियर अबाउट आंसर देख लीदा आ। सो नियर अबाउट 0.6 आ, तो 0.6 लगा देंगे। नैक्सट आ ऑन कैलकुलेटिंग which of the following quantity the mass of the bodies has an effect in a simple projectile motion। so simple projectile motion ਦੇ ਵਿੱਚ ਕਿਹੜੀ ਕੁਆਂਟੀਟੀ ਆ ਅਗਰ ਅਸੀਂ ਕਿਸੇ ਮਾਸ ਦੇ ਉੱਪਰ ਲੱਗ ਰਿਹਾ, ਮੰਨ ਲਓ ਮੈਂ ਤੁਹਾਨੂੰ ਕਹਾਂ ਕਿ ਤੁਹਾਡੇ ਹੱਥ ਵਿੱਚ ਬਾਲ ਔਰ ਇਹਨੂੰ ਚੱਕ ਕੇ ਸੁੱਟ ਦਿਓ, ਚੱਕ ਕੇ ਕਿਸ ਚੀਜ਼ ਨਾਲ ਸੁੱਟੋਗੇ? ਵੈਲੋਸਿਟੀ ਦੇ ਨਾਲ। ਵੈਲੋਸਿਟੀ ਕਦੋਂ ਆਏਗੀ? ਬਾਅਦ ਵਿੱਚ ਆਏਗੀ, ਉਸ ਤੋਂ ਪਹਿਲਾਂ ਤੁਹਾਨੂੰ ਫੋਰਸ ਦੀ ਜ਼ਰੂਰਤ ਪੜੇਗੀ। ਸੋ ਬੀ ਆਪਸ਼ਨ ਆ ਜਾਏਗੀ ਫੋਰਸ। ਟਾਈਮ ਆਫ ਫਲਾਈਟ ਵੀ ਬਾਅਦ ਵਿੱਚ ਆਏਗਾ ਤੇ ਰੇਂਜ ਤਾਂ ਐਂਡ ਵਿੱਚ ਹੀ ਆਏਗਾ। ਸੋ फस्ट फिजिकल क्वांटिटी केड़ी आ जिहड़ी तुसीं अप्लाई कीती विच इज़ फोर्स। नैक्सट देखो अ बॉल ऑफ मास 100 ग्राम प्रोजैक्टेड एट एन एंगल ऑफ थीटा। इहदे विच बच्चे तुहानूं थीटा एंगल गिवन है फ्रॉम द ग्राउंड विद एन इनिशियल वेलोसिटी यू तुहानूं गिवन है, एक्सेलरेशन ड्यू टू ग्रेविटी गिवन है। सो वी हैव टू फाइंड वैल्यू ऑफ हाइट। सो बच्चे इहनूं सॉल्व किद्दां करांगे? मैक्सिमम हाइट मतलब एच पता करना, दैट इज़ यू स्केयर साइन स्केयर थीटा डिवाइडेड बाई 2g। यू की वैल्यू साडे को कितनी है 11 इंटू 11 साइन स्केयर 30। सो बच्चे इत्थे ध्यान रखना है, बहुत सारे बच्चे 2 नूं 30 दे नाल मल्टीप्लाई करके 60 लिख देंगे आ। सो 60 नहीं लिखना, ठीक है। सो ध्यान नाल सॉल्व करना इनू बच्चे। 11 नूं 11 नाल मल्टीप्लाई किया 121। हुण साइन 30 की वैल्यू कितनी होंदी है 1/2, क्योंकि इत्थे स्केयर लग्या होया तो सारी दी वैल्यू आपां स्केयर कर दी। 2 नूं 20 नाल मल्टीप्लाई किया, 2 नूं 10 नाल मल्टीप्लाई किया 20, ठीक है जी। सो साडे को बच्चे वैल्यू आ गई 121 डिवाइडेड बाई 20 मल्टीप्लाई बाय 1/4। सो वी गेट 121 डिवाइडेड बाय 80। सो इनू सॉल्व करके देख लो बच्चे, साडा आंसर आ जाएगा 1.5 मीटर। सो दिस इज़ आंसर। सो आंसर ए जिहड़ा है तुहाडा करैक्ट ऑप्शन है। नैक्सट आ वैन डू वी गेट मैक्सिमम रेंज। असी मैक्सिमम रेंज कदों अटेन कर सकते हैं? मान लो असी इत्थों कोई प्रोजैक्टाइल सुट्टिया बच्चे, इत्थे एंगल जिहड़ा थीटा 45 डिग्री का होएगा, तो मैक्सिमम हाइट जिहड़ी आ मैक्सिमम रेंज भी उदों आएगी तो मैक्सिमम हाइट भी उदों आएगी, ठीक है जी। सॉरी मैक्सिमम रेंज उदों आएगी, हाइट तो होर भी एंगल वड्डा करांगे तो हाइट वध जाएगी। रेंज मैक्सिमम रेंज कदों आएगी जो एंगल 45 डिग्री का होएगा। सो आंसर इज़ 45 डिग्री। नैक्सट देखो when do we get maximum height in a simple projectile motion। हुण मैक्सिमम हाइट कितनी होएगी? सो किन्ने एंगल ते सुट्टीए, इत्थे थीटा एंगल कितना होएगा कि साडी हाइट जिहड़ी आ मैक्सिमम आ जाए। मैक्सिमम आएगी मतलब असी एच पता करना। सो एच दा बच्चे फॉर्मूला की हुंदा आ? एच हुंदा आ यू स्केयर साइन स्केयर थीटा डिवाइडेड बाय 2g। आही टर्म हुंदी आ। मान लो तुहाडी जिहड़ी आ साइन थीटा की वैल्यू जिहड़ी आ वो मैक्सिमम रेंज सानू पता है यू स्केयर डिवाइडेड बाय 2g आंदा। ये मतलब साइन स्केयर थीटा की वैल्यू भी मैक्सिमम होनी चाहिए। साइन थीटा की वैल्यू अगर असी 1 पुट कर दिए तो आ आंसर आ जाएगा यू स्केयर डिवाइडेड बाय 2g। सो साइन थीटा की वैल्यू बच्चे 1 कदों होंदी है जो थीटा साडा है 90 डिग्री का होएगा। सो आंसर आ जाएगा 90 डिग्री। डन। एक्सप्लेनेशन बच्चे अदरवाइज हर क्वेश्चन के नाल गिवन आ, तुसी देख भी सकते हैं। नैक्सट आ फुटबॉल इज़ प्रोजैक्टेड एट एन एंगल ऑफ 45 डिग्री। एक थीटा एंगल सानू गिवन आ कि 45 डिग्री है। नैक्सट आ फ्रॉम अ ग्राउंड विद एन इनिशियल वेलोसिटी यू थानू गिवन है 10 मीटर पर सेकेंड, जी की वैल्यू थानू गिवन है 10 मीटर पर सेकेंड स्केयर। वट इज़ द टाइम ऑफ फ्लाइट? सो टाइम ऑफ फ्लाइट मतलब टी की वैल्यू की आ 2u साइन थीटा डिवाइडेड बाई जी। वट इज़ द वैल्यू ऑफ यू कितना है 10 साइन थीटा कितना बच्चे 45 डिग्री। 45 की वैल्यू कितनी होंदी है 1 डिवाइडेड बाई √2 डिवाइडेड बाई जी की वैल्यू की पुट करनी है 10। सो 10 दे नाल 10 असी की कर दिता डिवाइड कर दिता। सो 2 डिवाइडेड बाई 1.414। सो बच्चे आ सारे नू सॉल्व करके देख लो जिहड़ा तुहाडा आंसर आ कितना आएगा। सो डिवाइड करके बच्चे सेम ही आंसर आ जाएगा 1.4142। डन। सो नैक्सट देखो बच्चे एक बार कैलकुलेटर के उपर जरूर सॉल्व करके देखना, सेम आंसर आ जाएगा तुहाडा। नेक्स्ट बैग ऑफ मास 1000 ग्राम प्रोजैक्टेड एट एन एंगल ऑफ 90 डिग्री। थीटा तुहानू गिवन है बच्चे 90 डिग्री है। देन इनिशियल वेलोसिटी यू गिवन है, एक्सेलरेशन ड्यू टू ग्रेविटी जी गिवन है। मैक्सिमम हाइट बच्चे एच का फॉर्मूला किया यू स्केयर साइन स्केयर थीटा डिवाइडेड बाय 2g, ठीक है जी। यू स्केयर मतलब थानू
यू दी वैल्यू कितनी गिवन है, यू दी वैल्यू बच्चे 5 गिवन है। सो असी पुट कर रहे हैं एच इज़ इक्वल्स टू 5 × 5 25 मल्टीप्लाई यू स्केयर साइन स्केयर थीटा कितना सी 90 डिग्री, साइन 90 बच्चे कितना हुंदा 1, सो 1 का स्केयर कितना आ जाएगा 1 डिवाइडेड बाय 2 जी की वैल्यू असी कितनी लैनी आ 10। सो 2 के टेबल ते बच्चे 5 के टेबल ते कट दो 5 डिवाइडेड बाय 4, सो 5 ਨੂੰ 4 ਨਾਲ डिवाइड करांगे तो 1.25 मीटर आंसर आ जाएगा। सो ये ऑप्शन जी करैक्ट आंसर है। नैक्सट देखो अ बॉडी ऑफ मास 55 kg प्रोजेक्टेड एट एंगल ऑफ 45 डिग्री और इनिशियल वेलोसिटी गिवन है। सो बच्चे सेम आ, एक बारी करके देख लेना, नहीं होएगा तो पूछ लेना। सेम आ और मैक्सिमम रेंज जी आ पता करनी आ, सो सॉल्व करके देख लेना। बच्चे 20 सेकेंड भी सेम आ, हॉरिजोंटल जी आ तुसी वेलोसिटी पता करनी आ, सो वेलोसिटी नूं एक पासे रख लेना, बाकी जिहड़ा आ दूसरे पासे ले जाना। ठीक है, नैक्सट 23rd क्वेश्चन आ बच्चे ये भी वेलोसिटी ही फाइंड आउट करनी आ। सो ट्राई योर सैल्फ, नहीं होएगा तो कमेंट सैक्शन दे विच तुसी पूछ सकदे आ, अदरवाइज बच्चे सोल्यूशन नाल ही गिवन है, तुसी सोल्यूशन तो देख के जड़ा इहनूं सॉल्व कर सकदे आ। नैक्सट भी बच्चे वेलोसिटी पता करनी आ तो तुसी वेलोसिटी जड़ी आ ईजीली फाइंड आउट कर सकदे आ। ठीक है, सो 24th तक बच्चे क्वेश्चन सी साडे, अगर किसी भी क्वेश्चन च किसी तरह की कोई प्रॉब्लम होवे, कुछ ना क्लीयर होवे तो तुसी पूछ सकदे आ। थैंक यू सो मच।